ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਦਰਸ਼ਨ ਪਿਆਸੇ ਦਿਨ ਸਰਾਤ ਚਿਤੋ ਅਨੰਦਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰਿ ਸੰਗ ਮੀਤ ਦਰਸ਼ਨ ਪਿਆਸੇ ਦਿਨ ਸਰਾਤ ਚਿਤਵ ਅਨੰਦਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰਿ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੂੰ ਕੁਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੂਰੇ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਪੀ ਨਾ ਤੇ ਰਿਜੈ ਪ੍ਰਭ ਸਿਉ ਮਨ ਲੀਨਾ ਜੋ ਜਲ ਮੀਨਾ ਚਾਤਰਕ ਜਿਵੇਂ ਤਿਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੇ ਤਿਕਾ ਪੁਜੰਤੀਆ ਯਾਰ ਵੇ ਪ੍ਰਿਆ ਹੱਬੇ ਸਖੀਆਂ ਮੂੰਹ ਕਹੀ ਨਾ ਜਿਹੀਆ ਯਾਰ ਵੇ ਹਿਕ ਦੂੰ ਹਿਕ ਚਾੜੈ ਹੋ ਕਿਸ ਜਤੇਹੀਆਂ ਇੱਕ ਦੂੰ ਹਿਕ ਚਾੜੇ ਅਣਖ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿੰਨਾ ਦੇਖ ਮਨ ਚਾਉ ਉਠੰਦਾ ਹੂੰ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਰਜਾਇਆ ਹੂੰ ਤਿਸ ਆਗੇ ਬਣ ਡੇਹੀਆਂ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰਹ ਦਸ ਡਿਖਾ ਫਿਰ ਕੇਹੀਆ ਯਾਰ ਵੇ ਫਿਰ ਆਪਣ ਭਾਣਾ ਕਿਸ ਨਿਸੀ ਛੰਦਾ ਯਾਰ ਵੇ ਤੈ ਰਾਵਿਆ ਲਾਲਣ ਮੂੰਹ ਦਸ ਦਸੰਦਾ
ਲਾਲਣ ਤੈ ਪਾਇਆ ਆਪ ਗਵਾਇਆ, ਜੈ ਤਨ ਭਾਗ ਮਥਾਣੇ। ਬਾਹਾਂ ਪਕੜ ਠਾਕੁਰ ਹੂੰ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਛ ਸੁਹੰਦਾ। ਜਨ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਪਧਾਰ ਵਸੰਦਾ। ਯਾਰ ਵੇ ਨਿਤ ਸੁਖ ਸੁਖਿੰਦੀ ਸਾ ਮੈਂ ਪਾਈ, ਵਰ ਲੋੜੀਂਦਾ ਆਇਆ ਵਜੀ ਵਧਾਈ। ਮਹਾ ਮੰਗਲ ਰਹਸ ਥੀਆ, ਪਿਰ ਦਿਆਲ ਸਦ ਨਵ ਰੰਗੀਆ। ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧਕੈ ਸਤ ਸੰਗੀਆਂ। ਨਾਸਾ ਮਨਸਾ ਸਗਲ ਪੂਰੀ, ਪ੍ਰਿਆ ਅੰਕ ਅੰਕ ਮਿਲਾਈ। ਬੇਨਵੰਤ ਨਾਨਕ ਸੁਖ ਸੁਖਿੰਦੀ, ਸਾ ਮੈਂ ਗੁਰ ਮਿਲ ਪਾਈ। ਆਸਾ ਮਨਸਾ ਸਗਲ ਪੂਰੀ, ਪ੍ਰਿਆ ਅੰਕ ਅੰਕ ਮਿਲਾਈ। ਬੇਨਵੰਤ ਨਾਨਕ ਸੁਖ ਸੁਖਿੰਦੀ, ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ, ਜਾਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹਲਾ ਪੰਜਵਾ, ਸ਼ੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈਤ ਸ੍ਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 703 ਅਤੇ 704 ਦੇ ਉੱਤੇ ਸਬਾਇਮਾਨ ਨੇ। ਇਹ ਪਾਵਨ ਸ਼ਬਦ ਸ਼ੰਤ ਰੂਪ ਦੇ ਵਿੱਚ ਹੈ, ਘਰ ਪਹਿਲੇ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾ ਚਰਨ ਹੈ, ਜਿਹੜਾ ਪਰਮੇਸ਼ਰ ਇੱਕ ਹੈ, ਅਦੁੱਤੀ ਹੈ, ਸਰਬ ਵਿਆਪੀ ਹੈ। ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਔਰ ਸ਼ੰਤ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਸ਼ਲੋਕ ਦਰਜ ਕੀਤਾ ਹੈ। ਸ਼ਲੋਕ ਦਰਸ਼ਨ ਪਿਆਸੇ ਦਿਨ ਸਰਾਤ, ਚਿਤਵ ਅਨਦਿਨ ਨੀਤ। ਇੱਥੇ ਇੱਕ ਜਗਿਆਸੂ ਰੂਪ ਹੋ ਕੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਹੈ ਕਿ ਜੋ ਕੁਛ ਅੱਗੇ ਸ਼ਬਦ ਦੇ ਵਿੱਚ ਚੱਲਣਾ ਹੈ ਕਿ ਇੱਕ ਜਗਿਆਸੂ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਹੈ। ਔਰ ਜਦੋਂ ਪਿਆਸ ਪੈਦਾ ਹੋਵੇ ਫਿਰ ਮਨੁੱਖ ਯਤਨ ਕਰਦਾ ਹੈ ਕਿ ਕੁਝ ਵੀ ਕਰਨਾ ਪਵੇ, ਕਿਸੇ ਵੀ ਹਿੱਲੇ ਵਸੀਲੇ ਪਾਣੀ ਤੱਕ ਪਹੁੰਚਣ ਦਾ ਯਤਨ ਕਰਦਾ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਥੇ ਇੱਕ ਦਰਸ਼ਨ ਜਿਹਦੇ ਅੰਦਰ ਪਿਆਸ ਲੱਗੀ ਹੈ ਔਰ ਉਹ ਦੂਸਰਾ
ਜਿਹੜਾ ਦਰਸ਼ਨ ਕਰਕੇ ਤ੍ਰਿਪਤ ਹੋ ਚੁੱਕਿਆ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਕਹਿ ਲਈਏ ਕਿ ਇੱਕ ਮਨੁੱਖ ਦੇ ਦੂਸਰੇ ਮਨੁੱਖ ਕੋਲ ਬੇਨਤੀ ਹੈ, ਇੱਕ ਸਿੱਖ ਜੁੜੇ ਹੋਏ ਸਿੱਖ ਦੇ ਕੋਲ ਬੇਨਤੀ ਕਰਦਾ ਹੈ ਕਿ ਭਾਈ ਮਿੱਤਰ ਯਾਰ ਤੂੰ ਗੁਰੂ ਨੂੰ ਮਿਲਿਆ ਹੈ। ਇੱਕ ਸਖੀ ਰੂਪ ਹੋ ਕੇ ਗੁਰੂ ਸਾਹਿਬ ਜੀ ਬੇਨਤੀ ਕਰਦੇ ਨੇ ਕਿ ਸਖੀਏ ਜੇ ਤੂੰ ਮਿਲੀ ਹੈ ਤੇ ਉਹ ਗੁਣ ਮੈਨੂੰ ਵੀ ਦੱਸ ਕਿ ਮੈਂ ਕਿਸ ਤਰ੍ਹਾਂ ਮਿਲ ਸਕਦਾ। ਔਰ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਇਹ ਬਚਨ ਕਹੇ ਨੇ ਕਿ ਸਾਡੇ ਅੰਦਰ ਦਿਨ ਰਾਤ ਹਰ ਵੇਲੇ ਉਹ ਪਿਆਸ ਲੱਗੀ ਹੈ, ਇੱਕ ਉਹ ਜਗਿਆਸਾ ਲੱਗੀ ਹੋਈ ਹੈ ਕਿ ਚਿਤਵੋ ਅਣਦਿਨ ਨੀਤ, ਹਰ ਵੇਲੇ ਹੀ ਚਿੱਤ ਵਿੱਚ ਉਹ ਰੱਬ ਪਰਮਾਤਮਾ ਪਰਮੇਸ਼ਰ ਵਸਿਆ ਹੋਇਆ ਹੈ ਕਿ ਕਿਵੇਂ ਦਰਸ਼ਨ ਹੋਣ, ਕਿਵੇਂ ਮਿਲੀਏ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਇਹ ਪਿਆਸ ਲੱਗੇ, ਸੱਚਮੁੱਚ ਅੰਦਰ ਪਿਆਸ ਹੋਵੇ, ਫਿਰ ਗੁਰੂ ਬਿਉਂਤ ਵੀ ਬਣਾਉਂਦਾ ਤੇ ਪਰਮੇਸ਼ਰ ਕਿਰਪਾ ਵੀ ਕਰਦਾ ਹੈ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਗੁਰੂ ਨੇ ਕਿਰਪਾ ਕੀ ਕੀਤੀ, ਖੋਲ ਕੇ ਕੀ ਜੀ ਕਪਟ ਕਹਿੰਦੇ ਨੇ ਕਪਾਟ, ਦਰਵਾਜ਼ਾ। ਗੁਰੂ ਨੇ ਦਰਵਾਜ਼ਾ ਖੋਲ ਕੇ ਰੱਬ ਦੇ ਨਾਲ ਮਿਲਾ ਦਿੱਤਾ ਕਿ ਸਿੱਖਾ ਭਲਿਆ ਰੱਬ ਕਿਤੇ ਬਾਹਰ ਥੋੜ੍ਹੀ ਸੀ, ਉਹਦੇ ਤੇਰੇ ਘਰ ਵਿੱਚ ਬੈਠਾ ਸੀ, ਦਰਵਾਜ਼ੇ ਤੇ ਤੂੰ ਹੀ ਬੰਦ ਕੀਤੇ ਨੇ। ਅਸਲ ਵਿੱਚ ਕਿਹੜੇ ਘਰ ਦੇ ਵਿੱਚ ਕਿਹੜਾ ਦਰਵਾਜ਼ਾ, ਉਹ ਹਿਰਦੇ ਘਰ ਦੇ ਅੰਦਰ ਹੈ ਤੇ ਅੰਦਰ ਜਿਹੜਾ ਦਰਵਾਜ਼ਾ ਬੰਦ ਕੀਤਾ ਉਹ ਹਉਮੈ ਦਾ ਹੈ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੜੇ ਬੜੇ ਮਜ਼ਬੂਤ ਦਰਵਾਜ਼ੇ ਨੇ ਕਿ ਜਿਨ੍ਹਾਂ ਦੇ ਅੰਦਰ ਰੱਬ ਹੈ ਤੇ ਹੈ ਪਰ ਦਰਵਾਜ਼ੇ ਨਹੀਂ ਖੁੱਲ੍ਹੇ, ਕਿ ਮੈਂ ਦੇ ਵਿੱਚ ਫਸਿਆ ਕਿ ਮੈਂ ਕੁਝ ਹੋਰ ਹਾਂ। ਅਸਲ ਵਿੱਚ ਇਹ ਵੀ ਤਾਂ ਹਉਮੈ ਕਿ ਰੱਬ ਕੋਈ ਹੋਰ ਹੈ, ਮੈਂ ਕੋਈ ਹੋਰ ਹਾਂ। ਗੁਰੂ ਨੇ ਕਿਰਪਾ ਕੀਤੀ, ਦਰਵਾਜ਼ਾ ਖੋਲ੍ਹ ਕੇ ਵਿਖਾ ਦਿੱਤਾ ਕਿ ਦੇਖ ਭਾਈ, ਜਿਹਨੂੰ ਤੂੰ ਪੜ੍ਹਦਾ ਸੈ ਸਭ ਮੈਂ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਤੇਰੇ ਅੰਦਰ ਵੀ ਬੈਠਾ ਹੋਇਆ ਹੈ। ਦਰਸ਼ਨਾਂ ਦੀ ਪਿਆਸ ਲੱਗੇ, ਗੁਰੂ ਦੇ ਕੋਲ ਆਇਆ, ਗੁਰੂ ਨੇ ਕਿਰਪਾ ਕੀਤੀ, ਦਰਵਾਜ਼ਾ ਖੋਲ੍ਹ ਕੇ ਵਿਖਾ ਦਿੱਤਾ ਕਿ ਉਹ ਭਾਈ ਤੇਰੇ ਅੰਦਰ ਹੈ, ਦੇਖ। ਅੱਗੇ ਗੁਰੂ ਸਾਹਿਬ ਜੀ ਨੇ ਸ਼ਲੋਕ ਦੇ ਵਿੱਚ ਇਹੀ ਪਾਵਨ ਬਚਨ ਕਹੇ ਨੇ। ਸ਼ਲੋਕ ਦੇ ਵਿੱਚ ਕਹਿੰਦੇ ਨੇ ਕਿ ਗੁਰੂ ਨੇ ਕਿਰਪਾ ਕੀਤੀ, ਦਰਵਾਜ਼ਾ ਖੋਲ੍ਹਿਆ, ਉਸ ਪਰਮੇਸ਼ਰ ਦੇ ਨਾਲ, ਮਿੱਤਰ ਦੇ ਨਾਲ ਮੇਲ ਕਰਾ ਦਿੱਤਾ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਹੁਣ ਇੱਥੇ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ ਉਹ ਬੇਨਤੀ ਕਰਦਾ ਹੈ ਦੂਸਰੇ ਜੁੜੇ ਹੋਏ ਸਿੱਖ ਅੱਗੇ, ਭਗਤ ਅੱਗੇ, ਸੰਤ ਅੱਗੇ, ਸ਼ਬਦ ਕੋਈ ਵੀ ਵਰਤ ਨਹੀਂ ਹੈ ਕਿ ਯਾਰ ਮੇਰੀ ਇੱਕ ਬੇਨਤੀ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਤੇ ਪੁੱਛਿਆ ਬੇਨਤੀ ਕੀ ਹੈ, ਕਹਿਣਾ ਕੀ ਚਾਹੁੰਦਾ ਹੈ। ਤਿਸ ਮੋਹਣ ਲਾਲ ਪਿਆਰੇ, ਹੋ ਫਿਰੂੰ ਖੋਜੰਤੀਆ। ਉਸ ਮੋਹਣ ਨਾਲ ਮਨ ਨੂੰ ਮੋਹਣ ਲੈਣ ਵਾਲੇ ਰੱਬ ਨੂੰ, ਪਰਮੇਸ਼ਰ ਨੂੰ ਭਾਈ ਮੈਂ ਵੀ ਲੱਭ ਰਿਹਾ, ਤੂੰ ਤੇ ਲੱਭ ਰਿਹਾ ਹੈ, ਤੈਨੂੰ ਤੇ ਗੁਰੂ ਨੇ ਕਿਰਪਾ ਕਰਕੇ ਦਰਵਾਜ਼ੇ ਖੋਲ੍ਹ ਕੇ ਵਿਖਾ ਦਿੱਤਾ ਹੈ। ਉਸੇ ਰੱਬ ਨੂੰ, ਉਸੇ ਮਨਮੋਹਨ ਨੂੰ ਮੈਂ ਲੱਭ ਰਿਹਾ, ਖੋਜ ਰਿਹਾ। ਔਰ ਸਤਿਗੁਰੂ ਜੀ ਦੇ ਬਾਣੀ ਨੇ ਸਾਨੂੰ ਸਮਝਾਇਆ ਹੀ ਇਹ ਹੈ, ਬਹੁਤ ਸਾਰੇ ਬਚਨ ਨੇ ਕਿ ਵੀ ਜੇ ਸੱਚਮੁੱਚ ਉਹਨੂੰ ਲੱਭਣਾ ਚਾਹੁੰਦਾ, ਤੂੰ ਲੱਭਣ ਚੱਲਿਆ ਹੈ ਤੇ ਲੱਭ ਜ਼ਰੂਰ, ਪਰ ਲੱਭੇ ਕਿਤੋਂ ਬਾਹਰੋਂ ਨਾ। ਔਰ ਗੁਰੂ ਸਾਹਿਬ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਉਹਨੂੰ ਲੱਭ ਖੋਜ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਅੰਦਰੋਂ ਹਰ ਰੋਜ਼ ਲੱਭ, ਅੰਦਰੋਂ ਖੋਜ। ਤੇ ਅਸੀਂ ਕਹਾਂਗੇ ਖੋਜਣਾ ਕਿਵੇਂ ਹੈ? ਅਸਲ ਵਿੱਚ ਸਾਰਾ ਦਿਨ ਜੋ ਕੁਛ ਕੀਤਾ, ਜਿਹੜੀਆਂ ਵਿਚਾਰਾਂ ਅੰਦਰ ਆਈਆਂ, ਰਾਤ ਨੂੰ ਸੌਣ ਲੱਗਿਆ ਇੱਕ ਵਾਰੀ ਉਹ ਕੈਮਰਾ ਆਪਣੇ ਅੰਦਰ ਘੁਮਾ ਕੇ ਵੇਖ ਲਈਏ ਕਿ ਕੀ ਵਿਚਾਰਾਂ ਗੰਦੀਆਂ ਆਈਆਂ। ਕਦੇ ਕਦੇ ਕੋਈ ਵਿਚਾਰ ਚੰਗੀ ਵੀ ਆਈ ਕਿ ਨਹੀਂ, ਤੇ ਜਿੰਨੇ ਮਾੜੇ ਫੁਰਨੇ ਆਏ ਫਿਰ ਉਹਨਾਂ ਦਾ ਵਿਚਾਰ ਕਰੀਏ ਇਹ ਆਏ ਕਿਉਂ, ਹੋਣੇ ਨਹੀਂ ਸਨ ਚਾਹੀਦੇ, ਕਿਉਂਕਿ ਗੁਰੂ ਭੁੱਲ ਗਿਆ, ਰੱਬ ਭੁੱਲ ਗਿਆ।
बस ये विचार गुरु साहब जी कहते हैं हर रोज़ कर अपने अंदर को खोजो, मिलेगा जरूर, क्योंकि है तो अंदर ही। और गुरु साहब जी कहते हैं कि है अंदर, मिलेगा जरूर, पर खोज। और खोजने वाले पासे असी खैर चले नहीं, पढ़ते जरूर हम, दोहरा रोज़ पढ़ते हैं कि जे प्रभ को मिल पो चाहे, जो प्रभ को मिल पो चाहे, खोज शब्द मैले, क्योंकि तो सानू लगता है कि बस पढ़ने वास्ते है। एक तो खोज करनी है, और एक दूसरा वचन गुरु साहब ने होर भी किया है, खोज का मतलब ये नहीं कि थोड़े जे अखर पढ़ने आ गए, थोड़े जे सुनाने आ गए तो खोजी हो गया। गुरु साहब जी कृपा करके समझाते ने, मिलेगा तो खोजी नूं जिन्हें खोज करनी है। और दो तरह के मनुख ने, जिन्होंने गुरु साहब जी कहते हैं खोजी उपजै, बादी बिणस है। एक वो ने जिन्हों को चार को अखरां का जे ज्ञान हो जाए, फिर खोज के बजाय वो वाद विवादां लई चलते हैं, और जिहड़े बादी ने वो बिणस जाते हैं, उन्हों का नाश हो जाता है। तो नाश होने का मतलब ये नहीं कि वो मरी जाते हैं, शरीर करके तो जिउंदे रहिंदे होणगे। क्योंकि गुरु साहब ने समझाया है कि देख गुरु के सिक्का, उस रब की खेड का कोई पता नहीं। परमात्मा की खेड बड़ी बेअंत है कि कोई पता नहीं उन्हें कदों ते की कर देना है। इन्हां वादां दे विच पैण वाले, और वाद करदा असल विच वो जिंदे अंदर हुमे आ जाए, भावें वो अखरां दी होवे, ज्ञान दी होवे, ते भावें वो रुपये पैसे करके वड्डा होने का माण करना हो। पर गुरु साहब ने समझाया है कि देख एक मनुख वो है जेड़े बादी ने। बाबा नामदेव जी का पावन बचन है कि कदे उन्होंने कोल बड़ा कुछ है, उन्होंने अगे खंड पई है, घ्यो पिया है, खीर बनी पई है, 36 प्रकार के पदार्थ ने, पर उन्होंने ठोकर मार के कहते ने लै जा पर कुछ नहीं खाना, स्वाद नहीं बनया, क्योंकि भुख नहीं ना। तो ठोकर मारता है कि मैं कमाई करके लिया, मेरी कमाई करके बनया है, जो चाहे वो खाता है, तो जो ना हो फिर ठोकर मारना है। पर भगत नामदेव जी उसे समझाते हैं, गुरु के सिक्खा देख रब की खेड का पता कोई नहीं। अज तेरे को 36 तरह के पदार्थ ने, खीर अगे पई है, तू ठोकरा मारना है। तो कदे रब ने इवें दे भी खेड वरता देनी कि तू घर घर में जाके टुक्कर मंगने ने, और तेनों किसी ने रोटी की बुरकी नहीं देनी। भगत नामदेव जी का पावन वचन है, बादी बिणस है। किवें बिणस देने, कहते कबहू खीर खांड घ्यो नहीं भावै, भावदा ही नहीं, चंगा ही नहीं लगता। पर कहते कबहू घर घर टूक मंगावै। फिर अगला वचन जोड़ा क्या बड़ा कमाल का, कहते कबहू कूरण चने बनावै। कूरण कहते ने कूड़ा, कूड़े के ढेर विचों चने बनावे, चने चुक चुक के खाने लिए मजबूर होता है। और छोटे छोटे बच्चे कई बार देखने को मिलते हैं कूड़िया के ढेर से, और खास करके जोड़े मैरिज पैलेस बने ने, लोग रात को शाम को सारा कुछ जो कूड़े ते सुटते हैं, वो कूड़े के ढेर के विचों लोगों की जूठ फिर वो खाने लिए मजबूर होते हैं। है तो भी इंसान रब के बनाए हुए ने। और इतने खिमा करने एक बेनती जरूर है, ये लंगर असल में जेड़े सन है इवें दे लोगों नहीं सन, क्योंकि इवें दे लोगों को ना तो बहुता पता लग्या, तो पता भी कि लग्या गुरु घर के दरवाजे भी बंद कर दिते जाते हैं, क्योंकि मैले कचाले बड़े ने, पाटे हुए कपड़े, मैल चढ़ी हुई। कहते तुसी नहीं आना अंदर, जे बच जाएगा तो बाद में आए। और चाहिए ऐसे कि सब तो पहलू उन्होंने शिकाया जाता, लोड़ उन्होंने सी। खैर उत्ते भगत नामदेव जी ने समझाया है कि देखो वाद विवाद करने वाले रब दे उस खेड का कोई पता नहीं कि कदे इवें दे दिन भी आ सकते हैं
कि मंगिया टुक्कर नहीं मिलनी तो वो कूड़े के ढेर उत्ते बैठ के जिथे लोग चुगते हैं, लोगों के जूठे वो छोलियां के दाने चुग चुग के खाने लिए मजबूर होंगे ने। रब भी कुछ कर सकता है क्योंकि समर्थ है। कहते कबहू खीर खांड घ्यो नहीं भावै, कबहू कर कर टूक मंगावै, कबहू पूरण चने बनावै। हुण कहते ने कदे कूड़ियां दे विचों चने चुगदा है ते कदे वो समा सी। भगत जी कहते ने राम परमेश्वर जिवें रखदा भाई जे उवें तू रह लैंदो कि जे ये दातां दित्तियां सन ते दातां दे विचों उस दातार की पछाण करके जे उनके शुक्र में जुड़ जाते तो शायद हो सकता है कि ये दिन ना आते। और भगत जी ने उत्ते पावन वचन कहे ने कि ज्यों राम राखे त्यों रहिए रे भाई, हर के महिमा किसी कथन ना जाई। जिवें वो रखे पाई रहना चाहिए है। जे तेरे को ज्ञान आ गया है तो 4 अखर पढ़ के फिर बादी ना बन, खोजी बन। नहीं तो भगत जी ने अगे पावन वचन कहे ने कि समा कदे वो सी कि कबहू तूरे तरंग नचावै, कि कदे काबली कीमती घोड़े नचाउंदा सी। पर कहते कबहू पाए पनियों नहीं पावै, कदे समा वो के पैर विच पाउण लई जुत्ती भी नहीं मिलती। क्योंकि रब है ना, वो बड़ा परमेश्वर बेअंत है, उनकी खेड बड़ी न्यारी है। वो तो कहते ने कबहू खाट सफेदी सुवावै, कबहू भूम प्यार न पावै, कि कदे खाट सफेदी सुवावै। सोहनी कीमती खाट है, बैड है। और हर रोज़ कहता है कि जिहड़ी चादर अज विछ के दोबारे तो ये विछनी नहीं चाहिए। हर रोज़ नवी चादर, नवा बिस्तरा। पर कहते हैं कदे वो भी रब नूं चेते करी समा वो भी आ सकता है कि हाथ में पराली फड़ी होएगी तो इंतजार करता होएगा कि इस दुकान का शटर कदों बंद होए, इनके अगे विछा के तो मैं रात कटा। बादे बिनसदा इस तरह। और गुरु साहब जी ने कृपा की, जेडे खोजी ने खोजियां की झोली भी भरता है। किते ये ना हो कि गुरु साहब जी सानू कृपा करके समझाते हैं तो डराई जाते हैं। खोजी उपजै बादे बिनसै तो खोजी उपजदा किवें है? क्योंकि कबहू तोरण तरंग नचावै, कदे घोड़े नचाउंदा, तो जदों घोड़े हुंदे ने फिर वो हंकार विच नहीं आउंदा। धन गुरु रामदास सच्चे पातशाह जी के पावन वचन ने कि जदों उन्होंने एडी वड्डी पदवी मिलती है तो फिर हंकार विच आए नहीं सन। ये कहते सन कि जो हमरे बिद होते मेरे सतगुरा, सा बिद तुम्हार जानो आपे। हम रुलते फिरते कोई बात न पूछता, गुर सतगुर संग कीरे हम थापे। असी तो कीड़िया वांग रुलते सा, साडी बात कोई नहीं सी पुछदा। तो जे अज ये पदवी मिली है, ये सारा कुछ मिलिया है, तो धन गुरु रामदास जी उत्थे शुक्र में जुड़ते हैं। और सानू तो ये समझाते ना भी बादी नहीं बनना, खोजी बनना है भाई। उनके शुक्र में जुड़ना। और जेडे खोजी बनते हैं फिर उन्होंने कृपा भी होंगी है। भगत जेडे ने भगतां ने मंग के लिया है कि ताण मंगू मान मंगू धन लक्ष्मी सुत दे, कि रब्बा मंगना तो तेरे तो है, तू बंदगी दिती है, पर जे थोड़ी बहुती इज्जत शोहरत ना हो तो तेरे भगतां दी तां कुछ नहीं जाना, फिर इज्जत तेरी भी नहीं बनती। पर बंदगी करने वालियां नूं, खोज करने वालियां नूं किन्नी कु कृपा करता है। भगत रविदास जी कहते हैं बस ये तो वही कर सकता है। भगत जी का पावन वचन आप सबनों चेते है कि जिथे वो कहते हैं कि ऐसी लाल तुझ बिन कौन करे, गरीब नवाज गुसैया मेरा माथे छत्र धरै। उरे छत्र जदों धरदा खोजियां दे सिर दी। गरीबां नूं नवाजण वाला केवल वो है कि जिन्हों भगत जी कहते हैं जाके छोत जगत को लागै,
ता पार तू ही ढरै जाके छूत। जिन्हों लोग कहते सन शूਦਰ ਦਾ ਪਰਛਾਵਾਂ ਵੀ ਨਾ ਕਿਤੇ ਪੈ ਜੇ, ਪਿੱਟ ਲੱਗ ਜਾਏਗੀ। ਉਹਨਾਂ ਨੀਚਾਂ ਨੂੰ ਉੱਚ ਕਰਨ ਵਾਲਾ, ਉਹਨਾਂ ਨੂੰ ਪਦਵੀਆਂ ਦੇਣ ਵਾਲਾ ਛਤਰ ਉਹਨਾਂ ਦੇ ਸਿਰ 'ਤੇ ਚੜਾਉਣ ਵਾਲਾ ਤੂੰ ਹੈ। ਉਹਨਾਂ 'ਤੇ ਦਇਆ ਜੇ ਕਰਨ ਵਾਲਾ ਹੈ ਤੇ ਤੂੰ ਹੈ। ਉੱਥੇ ਭਗਤ ਜੀ ਕਹਿੰਦੇ ਨੇ ਕਿ ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਕਹਿੰਦੇ ਫਿਰ ਕਿਵੇਂ ਕਿਵੇਂ ਕਿਹੜੇ ਕਿਹੜੇ ਨੀਚ ਸਨ ਜਿਹੜੇ ਲੋਕ ਕਹਿੰਦੇ ਸਾਨੂੰ ਨੀਚ ਹੀ ਬੜੇ ਨੇ। ਭਗਤ ਜੀ ਨੇ ਉਹਨਾਂ ਦੀ ਗਿਣਤੀ ਵੀ ਕੀਤੀ। ਕਹਿੰਦੇ ਨਾਮ ਦਿਓ ਕਬੀਰ ਤੇ ਲੋਚਨ, ਸਦਨਾ ਸੈਣ ਤਰੈ। ਲੋਕੀ ਕਹਿੰਦੇ ਸਨ ਨੀਚ ਹੈ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਇਹ ਤੇ ਅਸਲ ਵਿੱਚ ਬ੍ਰਾਹਮਣ ਦੇ ਪੁੱਤਰ ਨੇ, ਬ੍ਰਹਮ ਦੇ ਪੁੱਤਰ ਨੇ, ਇਹ ਤੇ ਅਸਲ ਬ੍ਰਾਹਮਣ ਨੇ। ਲੋਕ ਕਹਿੰਦੇ ਸਨ ਨੀਚ ਨੇ, ਔਰ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਉੱਚਾ ਹੈ ਹੀ ਇਹ। ਉੱਥੇ ਭਗਤ ਜੀ ਨੇ ਕਿਹਾ, ਕਹਿੰਦੇ ਨਾਮ ਦਿਓ ਕਬੀਰ ਤਿਰਲੋਚਨ, ਸਦਨਾ ਸੈਣ ਤਰੈ। ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਹਰ ਜੀਓ ਤੇ ਸਭੈ ਸਰੈ ਕਿਉਂਕਿ ਉਹ ਸਮਰੱਥ ਹੈ। ਬਈ ਬਾਦੀ ਨਾ ਬਣ, ਉਹਨੂੰ ਖੋਜ, ਤੇ ਖੋਜੀਆਂ ਦੇ ਉੱਤੇ ਉਹ ਕਿਰਪਾ ਜ਼ਰੂਰ ਕਰਦਾ ਹੈ। ਫਿਰ ਸਤਿਗੁਰੂ ਜੀ ਖੋਜਣਾ ਕਿਤੋਂ ਹੈ, ਔਰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਤੇ ਸਾਨੂੰ ਸਮਝਾਇਆ ਹੈ ਵੀ ਉਹਨੂੰ ਖੋਜ ਤੇ ਖੋਜਣਾ ਕਿਤੋਂ ਬਾਹਰੋਂ ਨਹੀਂ, ਅੰਦਰੋਂ। ਜਿੱਥੇ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਕਿ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਭਾਲੇ ਸੋ ਭਰਮ ਭੁਲਾਹੀ। ਜੇ ਬਾਹਰੋਂ ਲੱਭਣ ਤੁਰੇਗਾ ਮਿਲੇਗਾ ਜ਼ਰੂਰ, ਪਰ ਮਿਲੇਗਾ ਭਰਮ, ਮਿਲੇਗਾ ਜ਼ਰੂਰ ਪਰ ਮਿਲੇਗਾ ਭੁਲੇਖਾ। ਸਭ ਕੁਝ ਕਰਜ਼ ਹੈ। ਜਿਹਨੂੰ ਬਾਬਾ ਫਰੀਦ ਜੀ ਨੇ ਪਾਵਨ ਬਚਨ ਕਹੇ ਨੇ ਰੱਬ ਨੂੰ ਲੱਭਣ ਚੱਲਿਆ ਹੈ, ਤੇ ਫਿਰ ਜੰਗਲਾਂ 'ਚ ਕੀ ਹੈ? ਘਰ ਵਿੱਚ ਬੈਠ ਕੇ ਉਹਨੂੰ ਆਪਣੇ ਹਿਰਦੇ ਘਰ 'ਚੋਂ ਲੱਭ ਉਹਦੇ ਅੰਦਰ ਹੈ ਕਿ ਫਰੀਦਾ ਜੰਗਲ ਜੰਗਲ ਕਿਆ ਢੂੰਡੇ, ਵਣ ਕੰਡਾ ਮੋੜੇ। ਜੰਗਲਾਂ ਵਿੱਚ ਐਵੇਂ ਕੰਡੇ ਤੋੜਦਾ ਫਿਰਦਾ, ਘਰ ਦੇ ਵਿੱਚ ਹੈ। ਪਰ ਜਦੋਂ ਘਰ ਦੇ ਵਿੱਚੋਂ ਲੱਭ ਗਿਆ ਸੱਚ ਜਾਣੋ, ਫਿਰ ਉਹ ਕੰਡਿਆਂ 'ਚੋਂ ਵੀ ਨਜ਼ਰ ਆਏਗਾ, ਫਿਰ ਉਹ ਜੰਗਲਾਂ 'ਚ ਵੀ ਨਜ਼ਰ ਆਏਗਾ। ਤੇ ਜੇ ਅੰਦਰੋਂ ਨਹੀਂ ਮਿਲਿਆ ਤੇ ਫਿਰ ਬਾਹਰੋਂ ਤਾਂ ਕੇਵਲ ਕੰਡੇ ਚੁੱਭਣੇ ਨੇ। ਫਰੀਦਾ ਜੰਗਲ ਜੰਗਲ ਕਿਆ ਢੂੰਡੇ, ਵਣ ਕੰਡਾ ਮੋੜੈ। ਵਸੇ ਰੱਬ ਹਿਆਲੀ ਐ, ਜੰਗਲ ਕਿਆ ਢੂੰਡੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਝਾਇਆ, ਜੇ ਉਹ ਅੰਦਰ ਵਸਦਾ ਹੈ ਉਹ ਨਜ਼ਰ ਕਿਵੇਂ ਆਵੇ? ਕਿਉਂਕਿ ਸਵਾਲ ਤਾਂ ਸਾਡੇ ਹੁੰਦੇ ਨੇ ਅੱਜ ਵੀ ਕਿ ਜੇ ਰੱਬ ਹੈ ਤੇ ਉਹ ਨਜ਼ਰ ਆਉਂਦਾ ਕਿਉਂ ਨਹੀਂ? ਸਤਿਗੁਰੂ ਜੀ ਨੇ ਸਮਝਾਇਆ ਵੀ ਜਿੰਦਾ ਰੂਪ ਹੀ ਕੋਈ ਨਹੀਂ, ਨਜ਼ਰ ਕਿਵੇਂ ਆਵੇ? ਜਿੰਦਾ ਰੰਗ ਹੀ ਕੋਈ ਨਹੀਂ, ਵੇਖ ਕਿਵੇਂ ਲਓਗੇ? ਜਿੰਦਾ ਆਕਾਰ ਹੀ ਕੋਈ ਨਹੀਂ, ਮੂਰਤ ਨਹੀਂ ਬਣਾਈ ਜਾ ਸਕਦੀ, ਉਹਨੂੰ ਵੇਖ ਕਿਵੇਂ ਲਓਗੇ? ਅਸਲ ਵਿੱਚ ਜਿਹੜਾ ਰੱਬ ਹੈ, ਪਰਮੇਸ਼ਰ ਹੈ, ਉਹ ਵੇਖਣ ਦਾ ਵਿਸ਼ਾ ਹੀ ਨਹੀਂ, ਉਹ ਤਾਂ ਸਿਰਫ ਮੰਨਣ ਦਾ ਵਿਸ਼ਾ ਹੈ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਉਦਾਹਰਨਾਂ ਦੇ ਕੇ ਸਮਝਾਇਆ। ਕਹਿੰਦੇ ਤੂੰ ਸਵਾਲ ਕੀਤਾ ਕਿ ਰੱਬ ਹੈ ਵੀ ਕਿਤੇ, ਜੇ ਹੈ ਤੇ ਨਜ਼ਰ ਕਿਸੇ ਨੂੰ ਆਇਆ ਹੈ? ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਆ ਫੁੱਲ ਹੈ, ਇਹ ਦੱਸੋ ਕਿ ਫੁੱਲ ਦੇ ਵਿੱਚ ਸੁਗੰਧ ਹੈ ਕਿ ਨਹੀਂ? ਹੁਣ ਸਾਰੇ ਕਹਿਣਗੇ ਸੁਗੰਧ ਹੈ, ਤੇ ਸਤਿਗੁਰੂ ਜੀ ਕਹਿੰਦੇ ਨੂੰ ਵੇਖੋ, ਵਿਖਾਓ, ਸੁਗੰਧ ਨਜ਼ਰ ਆਏਗੀ। ਸੁਗੰਧ ਤੇ ਬਾਣੀ ਜਾ ਸਕਦੀ, ਨਜ਼ਰ ਨਹੀਂ ਆਉਣੀ। ਰੱਬ ਨੂੰ ਆਪਣੇ ਅੰਗ ਸੰਗ ਹਾਜ਼ਰ ਨਾਜ਼ਰ ਮਹਿਸੂਸ ਕੀਤਾ ਜਾ ਸਕਦਾ ਹੈ। ਅੱਖਾਂ ਨਾਲ ਵੇਖਣ ਦਾ ਯਤਨ ਕਰੇਗਾ ਤੇ ਬਾਹਰਲੀ ਅੱਖਾਂ ਨਾਲ ਦਿਸਣਾ ਕੋਈ ਨਹੀਂ, ਹੈ ਵਿੱਚ ਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਹੋਰ ਉਦਾਹਰਨ ਦਿੱਤੀ, ਵਿੱਚ ਕਿਵੇਂ ਹੈ? ਜਿਵੇਂ ਹੁਣ ਸ਼ੀਸ਼ਾ, ਸ਼ੀਸ਼ੇ ਦੇ ਵਿੱਚ ਕੁਝ ਨਹੀਂ, ਪਰ ਜਦੋਂ ਸ਼ੀਸ਼ੇ ਦੇ ਸਾਹਮਣੇ ਜਾਵੇਗਾ ਤੇਰੀ ਪਰਛਾਈ ਸ਼ੀਸ਼ੇ ਦੇ ਵਿੱਚ ਹੀ ਹੈ। ਰੱਬ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਹੈ, ਨਜ਼ਰ ਨਹੀਂ ਆਉਣਾ ਕੁਝ ਨਹੀਂ, ਪਰ ਜਦੋਂ ਖੋਜੇਗਾ, ਜੇ ਆਪਣੇ ਆਪ ਨੂੰ ਸਾਹਮਣੇ ਕਰੇਗਾ ਤਾਂ ਤੂੰ ਰੱਬ ਹੀ ਹੈ, ਉਹ ਤੇਰੇ ਰੂਪ ਵਿੱਚ ਵੀ ਰੱਬ ਹੈ। ਉਹਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਦੇ ਵਿੱਚ ਕਹਿੰਦੇ ਨੇ ਕਿ ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹ ਸਾਰਾ ਰੱਬ ਹੀ ਤਾਂ ਹੈ, ਇਹ ਮਨੁੱਖਤਾ ਹੀ ਤਾਂ ਰੱਬ ਹੈ।
बस इनू वेख। और धन गुरु तेग बहादुर साहब जी का पावन बचन है, कहते पोहप मद ज्यों बास बसत है, मुकर माहे जैसे शाही मुकर कहते निशीश, कहते तैसे ही हर बसै निरंतर निरंतर, लगातार वो हर किसी के अंदर बस रहा है। फिर कहते घट ही खोजो भाई, भाई लभ उन्होंने अपने हिरदे दे विचों लभ। हाँ दर्शनों की प्यास है, लभना है, तो जिन्हों ने लभ लिया है उन्होंने अगे अरदास बेनती है कि तिस मोहन लाल प्यारे हो फिरूं कुजंतियाँ, भाई मैं भी उन्होंने लभ रहा है, उनके बारे कुछ दस कि तिस 10 प्यारे सिर धरी उतारे, एक पूरी दर्शन दीजै कि भाई उस रब के प्यारे के बारे कुछ दस। जे तू 10 पावे तो अपना सिर वढ़ के रख दे, तो कह दे कि एक झलक मत के ते दर्शन हो जाने, को पूरी जी ने दर्शन हो जाए। और फिर बेनती करें दर्शनों का भावर्थ एहसास है, ये एहसास हो जाए कि रब हर थान पर है। क्योंकि क्षमा करना सानू ये एहसास इन्ना कुछ तो हो गया किते ना किते कि गुरु जिहड़ा है इस चार दुआरी दे विच है। जे बाहर निकल के किसी ने उच्चा बोलने हाँ माड़ा बोलने, इनका मतलब असीं समझे कि गुरु तो चार दुआरी विच बंद है। तो जो एहसास होगा गुरु मेरे नाल ही है, तो फिर विचार करके देखो जुबान दे विचों माड़ा बोल कदे निकल सकता ही नहीं, कन्नां दे विच माड़े बोलने जिहड़े वो पै सकते ही नहीं। एक पूरे दर्शन दिचा, एक पूरी जी नहीं किते झलक मिले जे मैं सिर वढ़ के तरन लई तैयार हाँ। नैन हमारे प्रिया रंग रंगारे, एक तिल पे ना तरीजै, अंदर दर्शनां दी प्यास इन्नी है। ये अखां जिहड़ियां ने, नैन हमारे प्रिया रंग रंगारे, प्यारे परमेश्वर के रंग विच रंगे गए ने। हुण एक तिल जिन्नी भी धीरज नहीं हुंदी जदों तक दर्शन हुंदे नहीं। प्रभ स्यो मन लीना जो जल मीना, चातरक जिवें तिसंतिया, किन्ने को प्यास है। इत्थे 2 उदाहरणा दे के बेनती की कि जिवें मच्छी दी पानी दे नाल प्रीत है, पानी तो बिना तड़फदी है, मौत हो जाती है, बस इन्नी प्रीत है जिवें एक चातरक दी बदल दे सुवांती बूंद नाल है। जन नानक गुर पूरा पाया, सगले तिखा बुझंतिया। हुण ते सतगुरु धन गुरु अर्जन देव जी कहते हैं जदों पूरा गुरु मिले तो तां ही अंदर दी ये जिहड़ी प्यास है, तिखा दा अर्थ प्यास, अंदर दी प्यास तां ही बुझ सकदे जदों पूरा गुरु मिले, पूरा गुरु परमेश्वर बारे दस पाए। इत्थे फिर अगले पते दे विच फिर बेनती है कि यार वे प्रिया हब्बे सखियाँ, मूँ कही ना जहिया, कि हे यार मित्र भरा। ये भी सुनिया कि रब जिहड़ा परमेश्वर है बंदगी करने वाले नूं मिलदा है, जपण वाले नूं मिलदा है, खोज करने वाले नूं मिलदा है। पर कहंदे प्रिया हब्बे सखियाँ, उस प्यारे रब दियां ते सारियां सहेलियां ने ते खोज करने वालियां ने। मैं उन्हां दे विचों किसे वर्गी भी नहीं। यार वे प्रिया हब्बे सखियाँ, मूँह दा अर्थ मैं, कही ना जहिया, मैं तो उन्हां विचों किसी गिनती विच ही नहीं। यार वे हिक डू हिक चाढ़ै हो, किस चितेहियाँ हिक डू हिक। एक तू एक चढ़दी कला वाली सखियां सहेलियां ने, गुरु के सिख ने, तो मैं उन्हां विचों किसी गिनती विच भी नहीं। मैनू कोई किहड़ा रब चित्ते करेगा, गुरु किवें चित्ते करेगा। हिक दू हिक चाड़े अणक प्यारे, नित करदे भोग विलासा। एक तो एक चढ़दी कला वाले गुरमुख प्यारे ने, वो रब दे मेल नूं हर वेले माणदे ने, जिन्हों बाबा कबीर जी कहते हैं चरण कमल की मौज में रहो, अंत्यार आद हर वेले मौज विच रहिंदे ने। तिन्ना देख मन चाऊ उठन दा, हम कद पाई गुण तस। वो जिहड़े मौज विच रहिंदे ने ना, कि हे यार हे सखी सहेली, बस उन्होंने वेख के मन विच चाह उठदा है कि ये मौज मैं भी माणा।
वो गुणों का खजाना रब परमेश्वर मैनू भी मिले। जिन्नी मैंडा नाल रजाया हो तिस आगे मन देहिया। तो ये जग्यासू को बेनती ही कर रहा कि जिन्हें मेरे ऐसे नाल परमेश्वर को खुश किया रजाया है, मैं अपना मन भी उनके चरणों च देने लिए तैयार हाँ। और बस मन ही नहीं दिता जा सकता, बड़ा औखा मन के पिछे पिछे तो दुनिया भज रही है। नानक कहे सुन बिनो सुहागण, मुँह 10 डिका फिर कहिया। नानक कहे इहदे अर्थ किए जाएंगे, धन गुरु अर्जन देव जी कहते हैं तो बेनती करके कहते हैं कि हे सुहागण जुड़े हुए गुरसिख भगत संत शब्द कोई भी वरत कि 10 मुँह 10 डिका फिर कहिया। इन्हों को तो दस दो साईं का मुखड़ा किहो जिहा है, उनके दर्शनों के बारे कोई तो दस। कहते यार वे फिर आपन भाणा किस निशी छंदा। और अगों वो मिलिया होया उत्तर दिंदा है कि यार देख जो उनके बारे पूछण आया ना, यार वे फिर आपन भाणा, वो फिर वो पति मालक अपने ही भाणे विच रहिंदा है। क्योंकि किस निसी छंदा, निसी का अर्थ होंदा कि नहीं कोई भी नहीं, छंदा का अर्थ होंदा मुथाजगी। क्योंकि रब ने कोई वोटां थोड़ी लैणियां ने कि मेरे कहने ते तेनों मिल जाएगा या किसी की सिफारिश नाल मिल जाएगा। ये तो जिन्हों ने वोटां लैणियां ने वो लोगों को खुश करने का यतन करते हैं। उन्होंने किसी की मुथाजगी नहीं, अपने भाड़े दे विच रहिंदा है। जिन्हों लभण तू चलिया है वो अपनी मर्जी का मालक है। यार वे तैराव्या नानन, मुँह 10 दसंदा जग्यासू फिर तरला लैके कहते यार चलो अपने भाणे में रहिंदा, उन्होंने मुथाजगी कोई नहीं, पर तू तो मिलिया है ना, तू तो उनका रंग माणिया है, तो मैनू भी कुछ दस दिंदा किवें मिलना है। लालण तै पाया आप गवाया, जय धन भाग मथाणे। हुण जग्यासू कहता कि लालण नूं उस परमेश्वर नूं तू पाया है, तो किवें प्राप्त किया है? आप गवाया, तू अपना आप विचों गवा लिया, हुणे नूं मारिया तां मिलिया है। जय धन भाग मथाणे, इत्थे जय दा अर्थ है जां, कि जां भी तेरे भाग वड्डे सन तां मिल गया। अगों फिर जवाब मिलता है भाई ना ही तो अपनी होमै छड्डण करके मिलिया है, तो ना ही भागां वड्डियां करके मिलिया है, वो तो कृपा करके मिलिया है। कि बाहा पकड़ ठाकुर हों किते, गुण अवगुण ना पछाणे। उस ठाकर ने मालक ने बस बांह तो फड़ के खिंच ही लिया, उन्हें मेरा कोई गुण भी नहीं विचारिया, अवगुण भी नहीं विचारिया, उन्हें मेरे माड़े कर्म भी नहीं विचारे, चंगे भी नहीं देखे, लेखा जोखा किते ही। और जे कर्मां का लेखा जोखा होवे फिर ते भाई गुरदास जी कहते हैं कि अपने करने कर नरकू ना पावूं ठौर। कर्म तो फिर इन्ने माड़े ने नहीं, उन्हें गुणा अवगुणा की पछाण की भी नहीं, बस कृपा ही की अपने नाल मिला लिया है। गुण हार तै पाया रंग लाल बनाया, ते सहबो किस सुहंदा। हुण जग्यासू फिर कहता है कि भाई यार फिर तू तो गुणा का हार गल विच पा लिया, तेनों तो हुण सारे कुछ बड़ा सुहावना लगता, हुण हब्बो किस सुहंदा, सारा कुछ सोहना लगता है। जन नानक धन सुहागण साई, जिस संग पधार वसंदा। ते धन गुरु अर्जन देव जी कहते हैं भाई वो सुहागण गुरसिख भगत धन है कि जिंदे नाल पति परमात्मा हर वेले वसदा है सारे दे अंदर वसदा सब दे नाल है। पर जे नाके बंद होवे तो फुट की खुशबू कितों आवे? अखां ही बंद होण कि जिहड़ी अखां नाल वेखिया जाना है तो फिर वो नज़र किवें आवे? है सब दे नाल, वसदा सब दे नाल है। पर जिन्हों ये एहसास हो जाए, सतगुरु जी कहते हैं भाई उन्होंने तो बलहार जाइए। अखीरले पद च गुरु साहब जी फिर कृपा करते हैं, यार वे नित सुख सखेंदे सामै पाई। हुण जिहड़ा जग्यासू पुछण आया से कि मिलेगा किवें, जदों सारी समझ लग गई, अंदर दा ज्ञान वाला
वो पर्दा खुल गया। तो कहते लालण के यार वो जेड़े रब नूं मिलने वास्ते मैं सुखा सुखदी सा, हर किसी के अगे बेनती करती सा, साह मैं पाई उस रब नूं ते अपने अंदर पा लिया, लभ लिया है। वर लोड़ींदा आया वजे वधाई, वो वर लोड़ींदा जेड़ा पति चाहिदा सी, रब परमेश्वर चाहिदा सी, आया वो हिरदे विच आ गया है। वजे वधाई अंदरों वधाइयां वज गईयां ने। महामंगल रहस थिया फिर दयाल सद नवरंगिया, हुण अंदर मंगल, मंगल दा अर्थ खुशियां, रहस दा अर्थ भी खुशियां, अंदर मंगल ते खुशियां ते खेड़े आ गए ने। वो सदा ही नवे रंग दे विच है। कहते वड भाग पाया गुर मेलाया, साध कै सतसंगिया, वड्डे भागा करके उस रब नूं पाया है। तो आप नहीं पाया, कहते गुर मिलाया, गुरु ने मिलाया। तो गुरु ने किवें मिला दिता जी? कहते साध कै सतसंगियां, गुरु दे संगत करन वाले सतसंगियां दे राही उस रब के बारे बस समझ आ गई, एहसास हो गया। आसा मनसा सगल पूरे प्रिया अंके अंक मिलाई, हुण सारियां आसा मनसा पूरियां हो गई, क्योंकि गुरु ने अपने अंक अपने गोद विच बिठा लिया, अपने नाल मिला लिया। बिनवंत नानक सुख सुखेंदे सा, मैं गुर मिल पाई। अखेर दे धन गुरु अर्जन देव जी फिर बेनती करते हैं कि जेड़े रब नूं मिलण लई मैं सुखा सुखदी सा, लोचदी सा, वो गुरु नूं मिल के मैं पा लिया है, गुरु नूं मिल के समझ लग गई है। हुईयां भुलां दी खिमा। आओ 1-2 मिनट होर रसना दे नाल हाजरी लवाइए, फिर समाप्ति है जी। वाहे गुरु वाहे